ਸਤਿ ਸ਼੍ਰੀ ਅਕਾਲ ਬੱਚੋ। ਜਮਾਤ 12ਵੀਂ ਦੀ ਪੁਸਤਕ ਕਥਾ ਜਗਤ ਵਿੱਚ ਦੂਸਰੀ ਕਹਾਣੀ ਦਰਜ ਹੈ ਸੂਲੀ ਉੱਤੇ ਲਟਕੇ ਪਲ, ਜੋ ਕਿ ਅਜੀਤ ਕੌਰ ਨਵੀਨ ਜੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਵਿਸ਼ਾ ਹੈ ਪਤੀ ਪਤਨੀ ਦੀ ਔਲਾਦ ਨੂੰ ਜੱਜ ਦੀ ਮਰਜ਼ੀ ਅਨੁਸਾਰ ਮਾਂ ਜਾਂ ਪਿਓ ਕੋਲ ਸੌਂਪਣ ਸੰਬੰਧੀ ਬਣੇ ਕਾਨੂੰਨ ਤੋਂ ਉਪਜਿਆ ਇੱਕ ਮਾਨਸਿਕ ਦੁਖਾਂਤ ਹੈ। ਕਹਾਣੀ ਵਿੱਚ ਕਰੁਣਾ ਅਤੇ ਆਨੰਦ ਇਹ ਦੋ ਪਾਤਰ ਹਨ। ਇਸ ਵਿੱਚ ਕਰੁਣਾ ਅਤੇ ਆਨੰਦ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ। ਆਨੰਦ ਆਪਣੀ ਧੀ ਲੀਨੂ ਨਾਲ ਬਿਲਕੁਲ ਵੀ ਮੋਹ ਨਹੀਂ ਰੱਖਦਾ ਅਤੇ ਕਰੁਣਾ ਉਸ ਕੋਲ ਯਾਨੀ ਕਿ ਜੋ ਕਰੁਣਾ ਆਪਣੀ ਬੱਚੀ ਨੂੰ ਆਪਣੇ ਨਾਲ ਹੀ ਰੱਖਦੀ, ਉਸ ਕੋਲ ਹੀ ਰਹਿੰਦੀ ਹੈ ਉਹ। ਆਨੰਦ ਨੇ ਕਰੁਣਾ ਨੂੰ ਤੰਗ ਕਰਨ ਲਈ ਅਦਾਲਤ ਵਿੱਚ ਇੱਕ ਅਰਜ਼ੀ ਲਾ ਦਿੱਤੀ ਕਿ ਲੀਨੂ ਉਸ ਨੂੰ ਮਿਲਣੀ ਚਾਹੀਦੀ ਹੈ। ਇਹ ਝਗੜਾ ਕਰੁਣਾ ਦੀ ਨੀਂਦ ਤੋਂ ਹਰਾਮ ਵੀ ਕਰਦਾ ਹੈ ਅਤੇ ਉਹ ਹਰ ਵੇਲੇ ਪਰੇਸ਼ਾਨ ਰਹਿੰਦੀ ਹੈ, ਰਾਤ ਨੂੰ ਵੀ ਸੋ ਨਹੀਂ ਸਕਦੀ। ਅੰਤ ਵਿੱਚ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਮੁਕੱਦਮੇ ਦਾ ਫੈਸਲਾ ਹੋਣ ਵਾਲਾ ਹੈ ਅਤੇ ਉਸ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਹੈ। ਹੁਣ ਇਹ ਦਿਨ ਅਤੇ ਰਾਤ ਉਸ ਲਈ ਅਤਿਅੰਤ ਬੇਚੈਨ ਅਤੇ ਪਰੇਸ਼ਾਨੀ ਭਰਿਆ ਹੋਇਆ ਹੈ। ਉਹ ਸੋਚਦੀ ਹੈ ਕਿ ਇਹ ਇੱਕ ਦਿਨ ਉਹ ਆਪਣੀ ਬੇਟੀ ਨਾਲ ਕਿਸ ਤਰ੍ਹਾਂ ਗੁਜ਼ਾਰੇ, ਉਸ ਨੂੰ ਕਿੰਨੀਆਂ ਖੁਸ਼ੀਆਂ ਦੇਵੇ, ਉਸ ਨੂੰ ਕੀ ਪਹਿਨਣ ਲਈ ਦੇਵੇ, ਕੀ ਖਾਣ ਲਈ ਦੇਵੇ। ਉਹ ਉਸ ਲਈ ਸਾਰੇ ਯਤਨ ਕਰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਸਵੇਰੇ ਜੋ ਫੈਸਲਾ ਹੋਣਾ ਹੈ ਉਹ ਜੱਜ ਦੀ ਮਰਜ਼ੀ ਦੇ ਅਨੁਸਾਰ ਹੋਣਾ ਹੈ ਕਿ ਉਹ ਕਾਨੂੰਨ ਦੇ ਮੁਤਾਬਿਕ ਕਿਸ ਨੂੰ ਸੌਂਪਦਾ ਹੈ। ਅਤੇ ਇਸ ਲਈ ਉਹ ਬੜੀ ਬੇਚੈਨ ਰਹਿੰਦੀ ਹੈ। ਉਸ ਦੀ ਸਹੇਲੀ ਹੈ ਇੱਕ ਤੋਸ਼ੀ, ਜੋ ਕਿ ਉਸ ਨੂੰ ਮਿਲਣ ਲਈ ਵੀ ਆਉਂਦੀ ਹੈ, ਪਰ ਉਹ ਹਾਲਾਤ ਦੇਖ ਕੇ ਕਾਰ ਵਾਪਿਸ ਭੇਜ ਦਿੰਦੀ ਹੈ ਅਤੇ ਰਾਤ ਨੂੰ ਕਰੁਣਾ ਕੋਲ ਹੀ ਰੁਕਣ ਦਾ ਫੈਸਲਾ ਲੈਂਦੀ ਹੈ। ਅਤੇ ਬੱਚੇ ਨੂੰ ਵੀ ਰਜਵਾਂ ਪਿਆਰ ਦਿੰਦੇ ਹਨ। ਸੁੱਤੇ ਹੋਈ ਲੀਨੂ ਅਗਰ ਕਰੀਮ ਲਾਉਣੀ ਭੁੱਲ ਜਾਂਦੀ ਹੈ ਤਾਂ ਉਹ ਵੀ ਉਸ ਨੂੰ ਦਿੱਤੀ ਜਾਂਦੀ ਹੈ। ਅਗਰ ਉਹ ਆਪਣੇ ਉੱਪਰੋਂ ਰਜਾਈ ਉਤਾਰ ਦਿੰਦੀ ਹੈ ਤਾਂ ਰਜਾਈ ਵੀ ਉਸ ਉੱਪਰ ਦਿੱਤੀ ਜਾਂਦੀ ਹੈ। ਅਤੇ ਕਰੁਣਾ ਉਸ ਵੱਲ ਦੇਖ ਦੇਖ ਕੇ ਬਾਰ ਬਾਰ ਇਹ ਸੋਚ ਰਹੀ ਹੈ ਕਿ ਜੋ ਪਿਆਰ ਮੈਂ ਆਪਣੀ ਬੱਚੀ ਨੂੰ ਦੇ ਰਹੀ ਹਾਂ, ਕੀ ਆਨੰਦ ਉਸ ਨੂੰ ਇਹ ਪਿਆਰ ਦੇਵੇਗਾ, ਕੀ ਉਸ ਦੀ ਸੁੱਤੀ ਹੋਈ ਦੀ ਉਹ ਰਜਾਈ ਉਸ ਦੇਖੇਗਾ। ਯਾਨੀ ਕਿ ਸਾਰੀ ਚੀਜ਼ਾਂ ਦੇਖ ਦੇਖ ਕੇ ਉਹ ਮਨ ਹੀ ਮਨ ਵਿੱਚ ਬਹੁਤ ਜ਼ਿਆਦਾ ਬੇਚੈਨ ਹੋ ਰਹੀ ਹੈ। ਇਸ ਸਮੇਂ ਇਹ ਸਭ ਕੁਝ ਦੇਖ ਕੇ ਤੋਸ਼ੀ, ਜੋ ਉਸ ਦੀ ਫਰੈਂਡ ਉੱਥੇ ਆਈ ਹੋਈ ਹੈ ਮਿੱਤਰ, ਉਸ ਦਾ ਮੂਡ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ, ਮਨ ਬਹੁਤ ਖਰਾਬ ਹੁੰਦਾ ਹੈ। ਇਸ ਪਿੱਛੋਂ ਕਰੁਣਾ ਤੋਸ਼ੀ ਲਈ ਦੀਵਾਨ ਉੱਪਰ ਸੌਣ ਦਾ ਪ੍ਰਬੰਧ ਕਰਕੇ ਬੱਤੀ ਬੁਝਾ ਕੇ ਆਪਣੇ ਮੰਜੇ ਉੱਪਰ ਲੇਟ ਗਈ। ਉਹ ਬੜੀ ਬੇਚੈਨ ਸੀ। ਅੰਤ ਵਿੱਚ ਉੱਠੀ ਅਤੇ ਲੀਨੂ ਦੇ ਨਾਲ ਲੇਟ ਕੇ ਉਸਨੇ ਆਪਣੇ ਬੁੱਲ ਲੀਨੂ ਦੀ ਗੱਲ ਉੱਪਰ ਰੱਖ ਦਿੱਤੇ। ਅਤੇ ਇਸ ਕਹਾਣੀ ਵਿੱਚ ਜੋ ਉਹ ਇੱਕ ਰਾਤ ਦਾ ਦ੍ਰਿਸ਼ ਹੈ, ਜੋ ਵਿੱਚ ਹੈ ਕਿ ਸੁਬਹ ਜੋ ਹੈ ਫੈਸਲਾ ਆਉਣਾ ਹੈ, ਤਾਂ ਇੱਕ ਦੂਜੇ ਤੋਂ ਵੱਖ ਹੋਏ ਪਤੀ ਪਤਨੀ ਦਾ ਔਲਾਦ ਸੰਬੰਧੀ ਬਣੇ ਕਾਨੂੰਨ ਉਪਜੇ, ਇਸ ਮਾਨਸਿਕ ਦੁਖਾਂਤ ਨੂੰ ਪੇਸ਼ ਕਰਦੀ ਹੈ ਅਤੇ ਇਹ ਕਹਾਣੀ ਦਾ ਵਿਸ਼ਾ ਹੈ। ਇਸ ਕਹਾਣੀ ਦਾ ਵਿਸ਼ਾ ਮੌਲਿਕ ਅਤੇ ਮਨੋਵਿਗਿਆਨਿਕ ਵੀ ਹੈ ਕਿ ਕਿਸ ਤਰ੍ਹਾਂ ਪਤੀ ਪਤਨੀ ਇੱਕ ਦੂਸਰੇ ਤੋਂ ਵੱਖ ਹੋ ਚੁੱਕੇ ਹਨ ਅਤੇ ਬੱਚੇ ਨੂੰ ਲੈ ਕੇ ਦੋਨਾਂ ਵਿੱਚ ਖਿੱਚਤਾਨ ਚੱਲ ਰਹੀ ਹੈ ਕਿ ਬੱਚਾ ਕਿਸ ਕੋਲ ਰਹੇਗਾ, ਪਰ ਇਹ ਬੱਚਾ ਜੱਜ ਦੀ ਮਰਜ਼ੀ ਅਨੁਸਾਰ ਹੀ ਕਿਸ ਨੂੰ ਸੌਂਪਿਆ ਜਾਏਗਾ। ਅਤੇ ਕਰੁਣਾ ਲੀਨੂ ਨਾਲ ਰਹਿੰਦੀ ਹੈ, ਉਹ ਉਸ ਨਾਲ ਖੁਸ਼ ਵੀ ਰਹਿੰਦੀ ਹੈ, ਜਦ ਕਿ ਆਨੰਦ ਉਸ ਨੂੰ ਪਰੇਸ਼ਾਨ ਕਰਨ ਲਈ ਹੀ ਜਾਣ-ਬੁੱਝ ਕੇ ਅਦਾਲਤ ਵਿੱਚ ਅਰਜ਼ੀ ਲਾਉਂਦਾ ਹੈ। ਇਸ ਕਹਾਣੀ ਦਾ ਵਿਸ਼ਾ ਮੌਲਿਕ ਅਤੇ ਮਨੋਵਿਗਿਆਨਿਕ ਹੈ। ਇਸ ਦੇ ਕੁਝ ਅਭਿਆਸ ਦੇ ਪ੍ਰਸ਼ਨ ਹਨ, ਇਹਨਾਂ ਨੂੰ ਅਸੀਂ ਥੋੜ੍ਹਾ ਪੜ੍ਹਦੇ ਹਾਂ। ਪ੍ਰਸ਼ਨ 1 ਹੈ, ਸੂਲੀ ਉੱਤੇ ਲਟਕੇ ਪਲ ਕਹਾਣੀ ਕਿਸ ਸਮੱਸਿਆ ਨੂੰ ਪੇਸ਼ ਕਰਦੀ ਹੈ? ਇਹ ਕਹਾਣੀ ਪੇਸ਼ ਕਰਦੀ ਹੈ ਵੱਖ ਹੋਏ ਪਤੀ ਪਤਨੀ ਦੀ ਔਲਾਦ ਦੀ ਜੱਜ ਦੀ ਮਰਜ਼ੀ ਦੇ ਅਨੁਸਾਰ ਔਲਾਦ ਨੂੰ ਕਿਸ ਨੂੰ ਸੌਂਪਿਆ ਜਾਏਗਾ, ਕਾਨੂੰਨ ਦੀ ਸਮੱਸਿਆ ਨੂੰ ਉਜਾਗਰ ਕਰਦੀ ਹੈ ਅਤੇ ਜਿਸ ਕਾਰਨ ਇਸਤਰੀ ਨੂੰ ਡੂੰਘੇ ਮਾਨਸਿਕ ਸੰਕਟ ਵਿੱਚੋਂ ਗੁਜ਼ਰਨਾ ਵੀ ਪੈਂਦਾ ਹੈ। ਪ੍ਰਸ਼ਨ 2 ਹੈ, ਕਰੁਣਾ ਨੂੰ ਕਿਸ ਮਾਨਸਿਕ ਸੰਕਟ ਵਿੱਚੋਂ ਲੰਘਣਾ ਪੈ ਰਿਹਾ ਹੈ? ਕਿਉਂਕਿ ਉਸ ਕੋਲ ਹੁਣ ਕੇਵਲ ਇੱਕ ਦਿਨ ਔਰ ਰਾਤ ਹੀ ਬਚਿਆ ਹੈ, ਜਿਸ ਲਈ ਕਿ ਸਵੇਰੇ ਅਦਾਲਤ 'ਚੋਂ ਫੈਸਲਾ ਆਉਣਾ ਹੈ। ਆਨੰਦ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਹੋਈ ਹੈ, ਉਸ ਦੇ ਅਨੁਸਾਰ ਹੀ ਹੁਣ ਫੈਸਲਾ ਹੋਣਾ ਹੈ ਅਤੇ ਜੱਜ ਦੀ ਮਰਜ਼ੀ ਉੱਪਰ ਹੀ ਨਿਰਭਰ ਰਹੇਗਾ ਕਿ ਫੈਸਲਾ ਕਿਸ ਵੱਲ ਆਉਂਦਾ ਹੈ। ਉਸ ਨੂੰ ਡਰ ਸੀ ਕਿ ਉਸ ਦੀ ਧੀ ਨਾਲ ਕੋਈ ਸੰਭਾਲ ਕਿਸ ਤਰ੍ਹਾਂ ਕਰੇਗਾ ਅਤੇ ਨਾ ਹੀ ਉਸ ਨੂੰ ਕੋਈ ਮੇਰੇ ਜਿੰਨਾ ਰਜਵਾਂ ਪਿਆਰ ਦੇ ਪਾਏਗਾ। ਪ੍ਰਸ਼ਨ 3 ਹੈ, ਤੋਸ਼ੀ ਕੌਣ ਹੈ? ਉਸ ਦੀ ਕਰੁਣਾ ਦੀ ਆਪਸੀ ਗੱਲਬਾਤ ਦਾ ਵਿਸ਼ਾ ਕੀ ਹੈ? ਤੋਸ਼ੀ ਕਰੁਣਾ ਦੀ ਗੁੱਡੀ ਫਰੈਂਡ ਹੈ। ਉਸ ਦੀ ਅਤੇ ਕਰੁਣਾ ਦੀ ਆਪਣੀ ਗੱਲਬਾਤ ਦਾ ਵਿਸ਼ਾ ਕਰੁਣਾ ਦੇ ਵੱਖ ਹੋਏ ਪਤੀ ਦੁਆਰਾ ਉਸ ਤੋਂ ਧੀ ਲੀਨੂ ਨੂੰ ਪ੍ਰਾਪਤ ਕਰਨ ਲਈ ਅਦਾਲਤ ਵਿੱਚ ਦਿੱਤੀ ਅਰਜ਼ੀ ਸੀ, ਜਿਸ ਸੰਬੰਧੀ ਫੈਸਲਾ ਜੱਜ ਦੀ ਮਰਜ਼ੀ ਅਨੁਸਾਰ ਹੋਣਾ ਹੈ। ਇਸ ਸੰਬੰਧੀ ਦੋਨੇ ਹੈਰਾਨੀ ਅਤੇ ਦੁੱਖ ਅਤੇ ਭਾਵ ਪ੍ਰਗਟ ਕਰ ਰਹੀਆਂ ਹਨ, ਆਪੋ ਵਿੱਚ ਬੈਠ ਕੇ ਦੁੱਖ ਸੁੱਖ ਸਾਂਝੇ ਕਰ ਰਹੀਆਂ ਹਨ। ਇਸ ਦੇ ਕੁਝ ਛੋਟੇ ਪ੍ਰਸ਼ਨ ਹਨ। ਪ੍ਰਸ਼ਨ 1 ਹੈ, ਅਜੀਤ ਕੌਰ ਦੀ ਲਿਖੀ ਹੋਈ ਕਹਾਣੀ ਹੈ ਸੂਲੀ ਉੱਤੇ ਲਟਕੇ ਪਲ। ਸੂਲੀ ਉੱਤੇ ਲਟਕੇ ਪਲ ਕਹਾਣੀ ਦੇ ਪਾਤਰ ਹਨ ਕਰੁਣਾ, ਲੀਨੂ, ਨੌਕਰਾਨੀ, ਕਟੋਰੀ, ਰਜਨੀ ਦੀ ਮਾਂ ਅਤੇ ਤੋਸ਼ੀ। ਪ੍ਰਸ਼ਨ 3 ਹੈ, ਆਨੰਦ ਨੇ ਅਦਾਲਤ ਵਿੱਚ ਕੀ ਅਰਜ਼ੀ ਦਿੱਤੀ? ਆਨੰਦ ਨੇ ਅਰਜ਼ੀ ਦਿੱਤੀ ਕਿ
ਲੀਨੂ ਉਸ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਉਸ ਦੀ ਵੀ ਧੀ ਹੈ। ਪ੍ਰਸ਼ਨ 4 ਹੈ, ਲੀਨੂ ਕਿਹੋ ਜਿਹੀ ਕੁੜੀ ਸੀ? ਉਹ 12 ਸਾਲਾਂ ਦੀ ਸੁੰਦਰ ਕੁੜੀ ਸੀ। ਉਸ ਦੀਆਂ ਗੱਲਾਂ ਗੋਲ, ਕਾਲੀਆਂ ਲੰਮੀਆਂ ਰੇਸ਼ਮੀ ਪਲਕਾਂ ਤੇ ਵਾਲ ਘੁੰਘਰਾਲੇ ਸਨ। ਪ੍ਰਸ਼ਨ 5 ਹੈ, ਲੀਨੂ ਨੇ ਹੈਂਗਰਾਂ ਤੋਂ ਕੀ ਲਾਹਿਆ ਸੀ? ਕਾਲਾ ਸ਼ੀਸ਼ਿਆਂ ਵਾਲਾ ਸਰਕਟ ਤੇ ਗੂੜ੍ਹੇ ਪੀਲੇ ਰੰਗ ਦਾ ਹੈਂਡਲੂਮ ਸਿਲਕ ਦਾ ਬਲਾਊਜ਼। ਪ੍ਰਸ਼ਨ 6 ਅੰਤਮ ਪ੍ਰਸ਼ਨ ਹੈ, ਕੁਆਲਿਟੀ ਵਿੱਚੋਂ ਕਰੂਨਾ ਨੇ ਲੀਨੂ ਨੂੰ ਖਾਣ ਲਈ ਕੀ ਲੈ ਕੇ ਦਿੱਤਾ? ਲੀਨੂ ਨੇ ਡਬਲ ਸੰਡੇ ਅਤੇ ਕਰੂਨਾ ਨੇ ਕਾਫੀ ਦਾ ਕੱਪ। ਧੰਨਵਾਦ।